ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ, ਤਾਂ ਪਲੀਜ਼ ਇਸ ਕਹਾਣੀ ਨੂੰ ਇੱਕ ਵਾਰ ਜ਼ਰੂਰ ਸੁਣਨਾ। ਤਾਂ ਸ਼ੁਰੂ ਕਰਦੇ ਹਾਂ। ਅੱਜ ਜਦੋਂ ਗੁਰਮਿਲਾਪ ਆਫਿਸ ਵਿੱਚੋਂ ਘਰ ਆਇਆ ਤਾਂ ਉਸ ਵਕਤ ਫੋਨ ਦੀ ਰਿੰਗ ਵੱਜੀ। ਜਦੋਂ ਗੁਰਮਿਲਾਪ ਨੇ ਫੋਨ ਚੱਕਿਆ ਤਾਂ ਅੱਗੋਂ ਕੋਈ ਬੋਲਿਆ, ਕੀ ਤੁਸੀਂ ਪੂਰਨ ਕੌਰ ਦੇ ਬੇਟੇ ਗੁਰਮਿਲਾਪ ਬੋਲ ਰਹੇ ਹੋ? ਜੀ ਹਾਂ, ਮੈਂ ਗੁਰਮਿਲਾਪ ਬੋਲ ਰਿਹਾ ਹਾਂ। ਮੈਂ ਬਿਰਧ ਆਸ਼ਰਮ ਤੋਂ ਗੱਲ ਕਰ ਰਹੀ ਹਾਂ। ਬਿਰਧ ਆਸ਼ਰਮ ਦਾ ਨਾਮ ਸੁਣ ਕੇ ਗੁਰਮਿਲਾਪ ਕਹਿੰਦਾ, ਜੀ ਦੱਸੋ ਕੀ ਗੱਲ ਹੈ? ਮੇਰੀ ਮਾਂ ਤਾਂ ਠੀਕ ਹੈ, ਉਸ ਨੂੰ ਕੋਈ ਤਕਲੀਫ ਤਾਂ ਨਹੀਂ? ਤਾਂ ਅੱਗੋਂ ਉਹਨਾਂ ਨੇ ਕਿਹਾ, ਜੀ ਹਾਂ, ਤੁਹਾਡੀ ਮਾਂ ਬਿਲਕੁਲ ਠੀਕ ਹੈ, ਪਰ ਅਸੀਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ। ਦਰਅਸਲ ਅਸੀਂ ਤੁਹਾਨੂੰ ਦੱਸਣਾ ਸੀ ਕਿ ਸਾਡੇ ਬਿਰਧ ਆਸ਼ਰਮ ਦੀ ਜ਼ਮੀਨ ਸਰਕਾਰ ਦੁਆਰਾ ਜ਼ਬਤ ਕਰ ਲਈ ਗਈ ਹੈ। ਇਸ ਦੇ ਬਦਲੇ ਵਿੱਚ ਸਾਨੂੰ ਸ਼ਹਿਰ ਤੋਂ ਦੂਰ 10 ਕਿਲੋਮੀਟਰ ਜਗ੍ਹਾ ਦਿੱਤੀ ਗਈ ਹੈ। ਉੱਥੇ ਬਿਰਧ ਆਸ਼ਰਮ ਦੀ ਬਿਲਡਿੰਗ ਬਣਾਉਣ ਦਾ ਕੰਮ ਅਜੇ ਪੂਰਾ ਨਹੀਂ ਹੋਇਆ। ਸਾਨੂੰ ਉਮੀਦ ਹੈ ਕਿ 1 ਮਹੀਨੇ ਦੇ ਵਿੱਚ ਇਹ ਕੰਮ ਪੂਰਾ ਹੋ ਜਾਏਗਾ, ਪਰ ਇਸ 1 ਮਹੀਨੇ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਇਸ ਲਈ ਸਾਡੀ ਬੇਨਤੀ ਹੈ ਕਿ ਤੁਸੀਂ 1 ਮਹੀਨੇ ਲਈ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਲਓ। ਜਿਵੇਂ ਹੀ ਬਿਰਧ ਆਸ਼ਰਮ ਦੀ ਬਿਲਡਿੰਗ ਦਾ ਕੰਮ ਪੂਰਾ ਹੋ ਜਾਏਗਾ, ਅਸੀਂ ਤੁਹਾਨੂੰ ਦੱਸ ਦਿਆਂਗੇ। ਠੀਕ ਹੈ ਜੀ, ਮੈਂ ਕੱਲ੍ਹ ਨੂੰ ਹੀ ਆ ਕੇ ਆਪਣੀ ਮਾਂ ਨੂੰ ਲੈ ਜਾਊਂਗਾ। ਇਹ ਕਹਿ ਕੇ ਗੁਰਮਿਲਾਪ ਨੇ ਫੋਨ ਰੱਖ ਦਿੱਤਾ। ਫੋਨ ਸੁਣਦੇ ਹੀ ਗੁਰਮਿਲਾਪ ਸੋਚ ਵਿੱਚ ਪੈ ਗਿਆ। ਤਾਂ ਉਸ ਦੀ ਘਰਵਾਲੀ ਰਤਨ ਗੁਰਮਿਲਾਪ ਦੇ ਕੋਲ ਆਈ ਤੇ ਕਹਿੰਦੀ, ਕਿਸ ਸੋਚ ਵਿੱਚ ਬੈਠੇ ਹੋ? ਕਿਸ ਦਾ ਫੋਨ ਸੀ? ਤਾਂ ਗੁਰਮਿਲਾਪ ਨੇ ਕਿਹਾ ਕਿ ਬਿਰਧ ਆਸ਼ਰਮ 'ਚੋਂ ਫੋਨ ਆਇਆ ਹੈ। ਉਹ ਕਹਿੰਦੇ ਸੀ ਕਿ ਬਿਰਧ ਆਸ਼ਰਮ ਸ਼ਹਿਰ ਤੋਂ ਬਾਹਰ ਬਣਾਇਆ ਜਾ ਰਿਹਾ ਹੈ, ਇਸ ਲਈ ਮਾਂ ਨੂੰ ਕੁਝ ਦਿਨਾਂ ਲਈ ਆਪਾਂ ਨੂੰ ਆਪਣੇ ਕੋਲ ਰੱਖਣਾ ਪਏਗਾ। ਕੀ ਤੁਸੀਂ ਹਾਂ ਕਰ ਦਿੱਤੀ? ਰਤਨ ਗੁੱਸੇ ਵਿੱਚ ਕਹਿੰਦੀ, ਤੇ ਹੋਰ ਕੀ ਕਰਦਾ? ਰਤਨ, ਮੈਂ ਆਪਣੀ ਮਾਂ ਨੂੰ ਦੁਖੀ ਹੋਣ ਲਈ ਇਸ ਤਰ੍ਹਾਂ ਨਹੀਂ ਛੱਡ ਸਕਦਾ। ਲਓ, ਬੈਠੇ ਬਿਠਾਏ ਇੱਕ ਹੋਰ ਮੁਸੀਬਤ ਆ ਗਈ। ਰਤਨ ਮੂੰਹ ਬਣਾਉਂਦੀ ਕਹਿੰਦੀ। ਤਾਂ ਗੁਰਮਿਲਾਪ ਕਹਿੰਦਾ, ਜਦੋਂ ਮਾਂ ਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਂ ਤੇਰੀ ਜਿੱਦ ਦੀ ਵਜ੍ਹਾ ਕਰਕੇ ਮੈਂ ਉਸ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਸੀ। ਸਿਰਫ ਤੇਰੇ ਕਰਕੇ ਹੀ ਮੇਰੀ ਮਾਂ ਮੇਰੇ ਨਾਲ ਨਹੀਂ ਰਹਿ ਰਹੀ। ਮੇਰੀ ਮਾਂ ਦਾ ਕੁਝ ਦਿਨ ਇੱਥੇ ਰਹਿਣਾ ਵੀ ਤੈਨੂੰ ਮੁਸੀਬਤ ਲੱਗ ਰਿਹਾ ਹੈ। ਫਿਰ ਰਤਨ ਗੁੱਸੇ ਨਾਲ ਕਹਿੰਦੀ, ਗੁਰਮਿਲਾਪ, ਆਪਣੇ ਘਰ ਵਿੱਚ ਸਿਰਫ 2 ਹੀ ਕਮਰੇ ਹਨ ਤੇ ਉਹ ਕਿੱਥੇ ਰਹੇਗੀ? ਤੇ ਨਾਲੇ ਆਪਣੇ ਦੀਪ ਦੇ ਪੇਟ ਵਿੱਚ ਇਨਫੈਕਸ਼ਨ ਕਰਕੇ ਮੈਂ ਪਹਿਲਾਂ ਹੀ ਆਫਿਸ ਤੋਂ ਬਹੁਤ ਛੁੱਟੀਆਂ ਲੈ ਚੁੱਕੀ ਹਾਂ। ਫਿਰ ਵੀ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ। ਪਤਾ ਨਹੀਂ ਕਦੋਂ ਇਹ ਟੈਨਸ਼ਨ ਦੂਰ ਹੋਏਗੀ। ਤੇ ਉੱਪਰੋਂ ਤੇਰੀ ਮਾਂ। ਕਹਿੰਦੀ ਹੋਈ ਗੁੱਸੇ ਨਾਲ ਰਤਨ ਉੱਥੋਂ ਚਲੀ ਗਈ। ਅਗਲੇ ਦਿਨ ਗੁਰਮਿਲਾਪ ਸਵੇਰੇ ਜਲਦੀ ਉੱਠ ਗਿਆ ਤੇ ਤਿਆਰ ਹੋ ਕੇ ਗੱਡੀ ਲੈ ਕੇ ਮਾਂ ਨੂੰ ਬਿਰਧ ਆਸ਼ਰਮ ਤੋਂ ਲੈਣ ਚਲਾ ਗਿਆ। ਉੱਥੇ ਬਿਰਧ ਆਸ਼ਰਮ ਵਿੱਚ ਪੂਰਨ ਕੌਰ ਨੂੰ ਉੱਥੋਂ ਦੀ ਕਰਮਚਾਰੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅੱਜ ਤੈਨੂੰ ਤੇਰਾ ਪੁੱਤ ਲੈਣ ਆ ਰਿਹਾ ਹੈ ਤੇ ਉਹ ਹੁਣ 1 ਮਹੀਨਾ ਆਪਣੇ ਪੁੱਤ ਦੇ ਕੋਲ ਹੀ ਰਹੇਗੀ। ਅੱਜ ਇੰਨੇ ਚਿਰ ਪਿੱਛੋਂ ਆਪਣੇ ਪੁੱਤ ਦਾ ਮੂੰਹ ਵੇਖਾਂਗੀ, ਇਹ ਸੋਚ ਕੇ ਪੂਰਨ ਕੌਰ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਤੇ ਫਿਰ ਉਸੇ ਪਲ ਹੀ ਉਦਾਸ ਹੋ ਗਈ ਤੇ ਸੋਚਣ ਲੱਗੀ ਕਿ ਮੇਰਾ ਪੁੱਤ ਮੈਨੂੰ ਆਪਣੀ ਮਰਜ਼ੀ ਨਾਲ ਨਹੀਂ ਲੈਣ ਆ ਰਿਹਾ, ਜਦ ਕਿ ਆਪਣੀ ਮਾਂ ਨੂੰ ਆਪਣੇ ਨਾਲ ਰੱਖਣਾ ਉਸ ਦੀ ਇੱਕ ਮਜਬੂਰੀ ਹੈ। ਪਰੇਸ਼ਾਨ ਜੀ ਹੋ ਕੇ ਪੂਰਨ ਕੌਰ ਆਪਣੇ ਕੱਪੜੇ ਬੈਗ ਵਿੱਚ ਪਾਉਣ ਲੱਗੀ। ਆਪਣੇ ਬੈੱਡ ਦੇ ਕੋਲ ਇੱਕ ਮੇਜ਼ ਤੇ ਉਸਨੇ ਆਪਣੇ ਪਰਿਵਾਰ ਦੀ ਇੱਕ ਛੋਟੀ ਜਿਹੀ ਤਸਵੀਰ ਰੱਖੀ ਹੋਈ ਸੀ, ਜਿਸ ਫੋਟੋ ਤੇ ਉਸਦੇ ਘਰ ਵਾਲੇ ਨੇ ਉਸਦੇ ਪੁੱਤ ਗੁਰਮਿਲਾਪ ਨੂੰ ਚੁੱਕਿਆ ਹੋਇਆ ਸੀ। ਉਸ ਫੋਟੋ ਨੂੰ ਚੱਕ ਕੇ ਬੈਗ 'ਚ ਪਾਉਣ ਤੋਂ ਪਹਿਲਾਂ ਬੜੇ ਪਿਆਰ ਨਾਲ ਉਸ ਫੋਟੋ ਨੂੰ ਵੇਖਣ ਲੱਗੀ ਤੇ ਗੁਰਮਿਲਾਪ ਦੀਆਂ ਆਵਾਜ਼ਾਂ ਉਸਦੇ ਕੰਨਾਂ ਵਿੱਚ ਗੂੰਜਣ ਲੱਗੀਆਂ ਤੇ ਉਹ ਸੋਚਦੀ ਪੁਰਾਣੀਆਂ ਯਾਦਾਂ ਵਿੱਚ ਚਲੀ ਗਈ। ਉਹ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਲੱਗੀ ਜਦੋਂ ਪੂਰਨ ਕੌਰ ਆਪਣੇ ਪੂਰੇ ਪਰਿਵਾਰ ਨਾਲ ਪਿੰਡ ਵਿੱਚ ਰਹਿੰਦੀ ਸੀ। ਗੁਰਮਿਲਾਪ ਦੇ ਪਾਪਾ ਪਿੰਡ ਵਿੱਚ ਹੀ ਸਰਕਾਰੀ ਸਕੂਲ ਵਿੱਚ ਟੀਚਰ ਸੀ। ਪੂਰਨ ਕੌਰ ਇੰਨੀ ਪੜ੍ਹੀ ਲਿਖੀ ਤਾਂ ਨਹੀਂ ਸੀ, ਪਰ ਬਹੁਤ ਹੀ ਸਮਝਦਾਰ ਤੇ ਸੁਲਝੀ ਹੋਈ ਔਰਤ ਸੀ। ਪਿੰਡ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਘਰ ਵਿੱਚ ਕਮੀ ਸੀ ਤਾਂ ਸਿਰਫ ਇੱਕ ਹੀ, ਉਸ ਦੇ ਵਿਆਹ ਨੂੰ 5 ਸਾਲ ਹੋ ਗਏ ਸੀ, ਪਰ ਕੋਈ ਬੱਚਾ ਨਹੀਂ ਹੋਇਆ ਸੀ। ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕੇ ਤੇ ਅਰਦਾਸਾਂ ਕੀਤੀਆਂ ਤੇ ਸੁੱਖਾਂ ਸੁਖੀਆਂ। ਆਖਰ ਰੱਬ ਨੇ ਵੀ ਉਸ ਦੀ ਸੁਣ ਲਈ ਤੇ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ। ਮਾਂ ਪਿਓ ਨੇ ਉਸ ਦਾ ਨਾਂ ਗੁਰਮਿਲਾਪ ਰੱਖਿਆ।
ਜਿਸ ਦਿਨ ਗੁਰਮਿਲਾਪ ਨੇ ਜਨਮ ਲਿਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੱਸਿਆ ਦੀ ਰਾਤ ਵੀ ਚਾਨਣੀ ਹੋ ਗਈ ਹੋਵੇ। ਉਹ ਸਾਰਾ ਦਿਨ ਗੁਰਮਿਲਾਪ ਨਾਲ ਬਹੁਤ ਲਾਡ ਪਿਆਰ ਕਰਦੇ। ਆਪਣੀ ਮਾਂ ਤੋਂ ਬਿਨਾਂ ਰੋਟੀ ਵੀ ਨਾ ਖਾਂਦਾ ਗੁਰਮਿਲਾਪ। ਰੋਣ ਦੀ ਆਵਾਜ਼ ਸੁਣ ਕੇ ਸਾਰਾ ਕੰਮ ਛੱਡ ਕੇ ਪੂਰਨ ਕੌਰ ਭੱਜੀ ਆਉਂਦੀ। ਆਪਣੇ ਪੁੱਤ ਨੂੰ ਵੇਖ ਕੇ ਦੋਵੇਂ ਜੀ ਫੁੱਲੇ ਨਾ ਸਮਾਉਂਦੇ। ਗੁਰਮਿਲਾਪ ਦੇ ਪਾਪਾ ਨੇ ਉਸ ਦੀ ਪੜ੍ਹਾਈ ਵਿੱਚ ਕੋਈ ਕਮੀ ਨਾ ਆਉਣ ਦਿੱਤੀ। ਸਕੂਲ ਤੋਂ ਬਾਅਦ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਵਧੀਆ ਪੜ੍ਹਾਈ ਹੋਣ ਕਰਕੇ ਉਸ ਨੂੰ ਇੱਕ ਕੰਪਨੀ ਵੱਲੋਂ ਸਿਲੈਕਟ ਕਰ ਲਿਆ ਗਿਆ। ਉਸ ਨੂੰ ਇੱਕ ਕੰਪਨੀ ਵਿੱਚ ਬਹੁਤ ਵਧੀਆ ਨੌਕਰੀ ਮਿਲ ਗਈ ਤੇ ਉੱਥੇ ਉਸ ਨੂੰ ਰਤਨ ਮਿਲੀ ਜੋ ਗੁਰਮਿਲਾਪ ਨਾਲ ਹੀ ਕੰਮ ਕਰਦੀ ਸੀ ਤੇ ਫਿਰ ਦੋਨੇ ਆਪਸ ਵਿੱਚ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ ਤੇ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਰਤਨ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਤੇ ਬਿੰਦਾਸ ਸੁਭਾਅ ਦੀ ਕੁੜੀ ਸੀ। ਬਚਪਨ ਵਿੱਚ ਹੀ ਉਸ ਦੀ ਮਾਂ-ਪਿਓ ਦੀ ਮੌਤ ਹੋ ਗਈ ਸੀ ਤੇ ਉਸ ਦੇ ਪਾਪਾ ਨੇ ਪੜ੍ਹਨ ਲਈ ਉਸ ਨੂੰ ਹੋਸਟਲ ਭੇਜ ਦਿੱਤਾ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਹੋਸਟਲ ਵਿੱਚ ਰਹਿਣ ਕਰਕੇ ਪਰਿਵਾਰ ਸ਼ਬਦ ਦਾ ਮਤਲਬ ਹੀ ਨਹੀਂ ਸਮਝਦੀ ਸੀ। ਜਦੋਂ ਗੁਰਮਿਲਾਪ ਨੇ ਆਪਣੀ ਪਸੰਦ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਗੁਰਮਿਲਾਪ ਦੇ ਮੰਮੀ ਪਾਪਾ ਨੇ ਆਪਣੇ ਆਪ ਨੂੰ ਇਹ ਕਹਿ ਕੇ ਸਮਝਾ ਲਿਆ ਕਿ ਅੱਜ ਕੱਲ੍ਹ ਦਾ ਸਮਾਂ ਹੀ ਇਹੋ ਜਿਹਾ ਹੈ ਕਿ ਬੱਚੇ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਦੇ ਨੇ। ਇਸ ਲਈ ਉਹਨਾਂ ਨੇ ਆਪਣੇ ਪੁੱਤ ਦੀ ਖੁਸ਼ੀ ਕਰਕੇ ਇਸ ਰਿਸ਼ਤੇ ਨੂੰ ਹਾਂ ਕਰ ਦਿੱਤੀ। ਪਰ ਰਤਨ ਨੇ ਵਿਆਹ ਹੁੰਦੇ ਸਾਰ ਹੀ ਗੁਰਮਿਲਾਪ ਨੂੰ ਕਹਿ ਦਿੱਤਾ ਸੀ ਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਿਲਕੁਲ ਪਸੰਦ ਨਹੀਂ ਹੈ ਤੇ ਨਾ ਹੀ ਉਹ ਪਿੰਡ ਰਹਿਣਾ ਚਾਹੁੰਦੀ ਹੈ। ਰਤਨ ਦੀ ਇਹ ਗੱਲ ਸੁਣ ਕੇ ਗੁਰਮਿਲਾਪ ਹੈਰਾਨ ਰਹਿ ਗਿਆ। ਉਸਨੇ ਰਤਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ। ਫਿਰ ਸ਼ਹਿਰ ਰਹਿਣ ਦੇ ਚੱਕਰ ਵਿੱਚ ਉਹ ਦੋਨੇ ਲੁਧਿਆਣੇ ਚਲੇ ਗਏ। ਉਹਨਾਂ ਨੇ ਆਪਣੇ ਮਾਪਿਆਂ ਨੂੰ ਛੱਡ ਕੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਿੰਡ ਵਿੱਚ ਗੁਰਮਿਲਾਪ ਦੇ ਮੰਮੀ ਪਾਪਾ ਇਕੱਲੇ ਰਹਿ ਗਏ। ਹਰ ਵਕਤ ਪੂਰਨ ਕੌਰ ਸੋਚਦੀ ਰਹਿੰਦੀ ਕਿ ਕਿੰਨੇ ਸੁਪਨੇ ਸੀ। ਉਸ ਦੇ ਨੌਂ ਆਏਗੀ ਤਾਂ ਉਹ ਉਸ ਦਾ ਨਾਲ ਬੜੇ ਪਿਆਰ ਨਾਲ ਰਿਹਾ ਕਰੇਗੀ, ਉਸ ਨੂੰ ਧੀ ਬਣਾ ਕੇ ਰੱਖੇਗੀ, ਆਪਣੀਆਂ ਸਾਰੀਆਂ ਰੀਝਾਂ ਉਸ 'ਤੇ ਲਾਏਗੀ। ਪਰ ਸਾਰੀਆਂ ਖਵਾਇਸ਼ਾਂ ਤੇ ਸੁਪਨੇ ਉਸ ਦੇ ਧਰੇ ਹੀ ਰਹਿ ਗਏ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਗੁਰਮਿਲਾਪ ਹੁਣ 2 ਬੱਚਿਆਂ ਦਾ ਪਿਓ ਬਣ ਚੁੱਕਿਆ ਸੀ ਤੇ ਗੁਰਮਿਲਾਪ ਦੇ ਪਾਪਾ ਆਪਣੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਸੀ। ਗੁਰਮਿਲਾਪ ਦੇ ਮੰਮੀ ਪਾਪਾ ਦਾ ਬਹੁਤ ਦਿਲ ਕਰਦਾ ਸੀ ਕਿ ਅਸੀਂ ਆਪਣੇ ਪੋਤਾ ਪੋਤੀ ਨੂੰ ਚੁੱਕੀਏ ਤੇ ਉਹਨਾਂ ਨਾਲ ਖੇਡੀਏ। ਜੇ ਕਦੇ ਉਹਨਾਂ ਦੇ ਕੋਲ ਜਾਂਦੇ ਵੀ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਂਦੇ। ਪਰ ਗੁਰਮਿਲਾਪ ਜਾਂ ਰਤਨ ਉਹਨਾਂ ਨੂੰ ਰਹਿਣ ਵਾਸਤੇ ਨਾ ਕਹਿੰਦੇ। ਪਰ ਦੋਵੇਂ ਜੀ ਸੀ ਤਾਂ ਜ਼ਿੰਦਗੀ ਵਧੀਆ ਚੱਲ ਰਹੀ ਸੀ ਤੇ ਇੱਕ ਦਿਨ ਗੁਰਮਿਲਾਪ ਦੇ ਪਾਪਾ ਕਿਤੇ ਜਾ ਰਹੇ ਸੀ। ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਪਾਪਾ ਦੀ ਮੌਤ ਦੀ ਖਬਰ ਸੁਣ ਕੇ ਗੁਰਮਿਲਾਪ ਤੇ ਰਤਨ ਆਪਣੇ ਬੱਚਿਆਂ ਦੇ ਨਾਲ ਪਿੰਡ ਆ ਗਿਆ ਤੇ ਫਿਰ ਆਪਣੇ ਪਾਪਾ ਦਾ ਸੰਸਕਾਰ ਕੀਤਾ। ਰਤਨ ਤਾਂ ਸੰਸਕਾਰ ਤੋਂ ਚੌਥੇ ਦਿਨ ਵਾਪਸ ਬੱਚਿਆਂ ਨੂੰ ਲੈ ਕੇ ਸ਼ਹਿਰ ਚਲੀ ਗਈ, ਜਦ ਕਿ ਗੁਰਮਿਲਾਪ ਭੋਗ ਤੋਂ ਅਗਲੇ ਦਿਨ ਤੱਕ ਪਿੰਡ ਹੀ ਰਿਹਾ। ਭੋਗ ਤੋਂ ਅਗਲੇ ਦਿਨ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਲੁਧਿਆਣੇ ਚਲਾ ਗਿਆ ਕਿ ਉਹ ਜਲਦੀ ਤੈਨੂੰ ਲੁਧਿਆਣੇ ਲੈ ਜਾਏਗਾ। ਇੱਕ ਦਿਨ ਗਵਾਂਢਣ ਪੂਰਨ ਕੌਰ ਦਾ ਹਾਲ ਚਾਲ ਪੁੱਛਣ ਆਈ ਤੇ ਗੱਲਾਂ ਵਿੱਚ ਪੂਰਨ ਕੌਰ ਨੇ ਕਿਹਾ ਕਿ ਹੁਣ ਗੁਰਮਿਲਾਪ ਮੈਨੂੰ ਵੀ ਲੁਧਿਆਣੇ ਲੈ ਜਾਏਗਾ। ਗਵਾਂਢਣ ਕਹਿੰਦੀ ਕਿ ਪੂਰਨ ਕੁਰੇ, ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰਦੀ ਹੈ? ਜੇ ਤੈਨੂੰ ਉਹਨੇ ਆਪਣੇ ਕੋਲ ਲੈ ਕੇ ਜਾਣਾ ਹੁੰਦਾ ਤਾਂ ਪਹਿਲਾਂ ਹੀ ਲੈ ਜਾਂਦਾ। ਤੇ ਵੀਰ ਜੀ ਨੂੰ ਵੀ ਗੁਜ਼ਰੇ ਹੋਏ ਕਿੰਨੇ ਦਿਨ ਹੋ ਗਏ ਨੇ ਤੇ ਅੱਜ ਕੱਲ੍ਹ ਦੀਆਂ ਨੂੰਹਾਂ ਨੂੰ ਵੀ ਕਿੱਥੇ ਪਸੰਦ ਆ ਸੱਸ ਸਹੁਰੇ ਨਾਲ ਰਹਿਣਾ। ਅੱਜ ਕੱਲ੍ਹ ਦੇ ਬੱਚੇ ਤਾਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਹੀ ਨਹੀਂ ਰੱਖਣਾ ਚਾਹੁੰਦੇ। ਜੇ ਜ਼ਿਆਦੀ ਗੱਲ ਹੋਵੇ ਤਾਂ ਪੈਸੇ ਦੇ ਕੇ ਆਪਣਾ ਪੱਲਾ ਝਾੜ ਲੈਂਦੇ ਨੇ। ਇਹ ਗੱਲ ਸੁਣ ਕੇ ਪੂਰਨ ਕੌਰ ਚੁੱਪ ਕਰ ਗਈ ਤੇ ਫਿਰ ਆਪਣੇ ਆਪ ਨੂੰ ਸਮਝਾਉਂਦੀ ਹੋਈ ਕਹਿੰਦੀ, ਨਹੀਂ ਭੈਣੇ, ਮੇਰਾ ਪੁੱਤ ਇਹੋ ਜਿਹਾ ਨਹੀਂ, ਉਹ ਮੈਨੂੰ ਲੈਣ ਜ਼ਰੂਰ ਆਏਗਾ। ਪੂਰਨ ਕੌਰ ਨੇ ਉਸ ਦੀ ਗੱਲ ਨੂੰ ਟੋਕ ਦਿੱਤਾ। ਪਰ ਪੁੱਤ ਦਾ ਰਾਹ ਵੇਖਦੇ ਵੇਖਦੇ 6 ਮਹੀਨੇ ਲੰਘ ਗਏ। ਗੁਰਮਿਲਾਪ ਉਹਨੂੰ ਲੈਣ ਨਾ ਆਇਆ। ਹੁਣ ਤਾਂ ਉਸ ਨੂੰ ਇਕੱਲਾਪਣ ਵੀ ਖਾਣ ਨੂੰ ਆਉਂਦਾ ਸੀ ਤੇ ਹੁਣ ਉਹ ਬਿਮਾਰ ਵੀ ਰਹਿਣ ਲੱਗੀ ਸੀ। ਇਸ ਗੱਲ ਦਾ ਜਦੋਂ ਗੁਰਮਿਲਾਪ ਨੂੰ ਪਤਾ ਲੱਗਾ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਜਿਵੇਂ ਹੀ ਉਸਨੇ ਪਿੰਡ ਜਾ ਕੇ ਮਾਂ ਨੂੰ ਸ਼ਹਿਰ ਲੈ ਕੇ ਆਉਣ ਦੀ ਗੱਲ ਕੀਤੀ ਤਾਂ ਰਤਨ ਗੱਲ ਹੀ ਪੈ ਗਈ। ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਤੂੰ ਇਸ ਘਰ ਵਿੱਚ ਆਪਣੀ ਮਾਂ ਨੂੰ ਰੱਖ ਲੈ ਜਾਂ ਫਿਰ ਮੈਨੂੰ। ਦੁਖੀ ਹੋ ਕੇ ਗੁਰਮਿਲਾਪ ਨੇ ਆਪਣੀ ਮਾਂ ਨੂੰ ਲੁਧਿਆਣੇ ਵਿੱਚ ਹੀ
ਇੱਕ ਬਿਰਧ ਆਸ਼ਰਮ ਵਿੱਚ ਰੱਖਣ ਦਾ ਇੰਤਜ਼ਾਮ ਕਰ ਲਿਆ, ਜਿੱਥੇ ਸਾਰੀਆਂ ਸੁੱਖ ਸਹੂਲਤਾਂ ਸੀ। ਬਸ ਉੱਥੇ ਨਹੀਂ ਸੀ ਤਾਂ ਉਸ ਦਾ ਆਪਣਾ ਪਰਿਵਾਰ, ਪਰ ਫਿਰ ਵੀ ਉੱਥੇ ਉਸ ਦਾ ਬਹੁਤ ਵਧੀਆ ਖਿਆਲ ਰੱਖਿਆ ਜਾਂਦਾ ਸੀ। ਹੌਲੀ ਹੌਲੀ ਉਸ ਦੀ ਸਿਹਤ ਵਿੱਚ ਫਰਕ ਆਉਣ ਲੱਗਿਆ। ਅੱਜ ਉਸ ਨੂੰ ਬਿਰਧ ਆਸ਼ਰਮ ਗਏ 5 ਸਾਲ ਹੋ ਗਏ ਸੀ। ਇਹਨਾਂ 5 ਸਾਲਾਂ ਵਿੱਚ ਗੁਰਮਿਲਾਪ ਕਦੀ-ਕਦੀ ਆਪਣੀ ਮਾਂ ਨੂੰ ਮਿਲਣ ਆ ਜਾਂਦਾ ਸੀ, ਪਰ ਇਸ ਵਾਰ ਕੰਮ ਵਿੱਚ ਬਿਜ਼ੀ ਹੋਣ ਕਰਕੇ 6 ਮਹੀਨੇ ਲੰਘ ਗਏ ਸੀ। ਉਹ ਆਪਣੀ ਮਾਂ ਨੂੰ ਮਿਲਣ ਨਹੀਂ ਆਇਆ ਸੀ। ਆਪਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰਦੀ ਪੂਰਨ ਕੌਰ ਅੱਜ ਇਹ ਸੋਚ ਹੀ ਰਹੀ ਸੀ ਕਿ ਪਿੱਛੋਂ ਆਵਾਜ਼ ਆਈ, ਮਾਂ ਕਿਵੇਂ ਆ ਤੂੰ, ਠੀਕ ਹੈ? ਗੁਰਮਿਲਾਪ ਨੇ ਆਪਣੀ ਮਾਂ ਦੇ ਪੈਰੀਂ ਹੱਥ ਲਾਏ। ਪੁੱਤ ਦਾ ਮੂੰਹ ਵੇਖ ਕੇ ਪੂਰਨ ਕੌਰ ਖੁਸ਼ ਹੋ ਗਈ ਤੇ ਫਿਰ ਸਭ ਕੁਝ ਭੁੱਲ ਕੇ ਆਪਣੇ ਪੁੱਤ ਨੂੰ ਅਸੀਸਾਂ ਦੇਣ ਲੱਗੀ। ਤੇ ਫਿਰ ਗੁਰਮਿਲਾਪ ਆਪਣੀ ਮਾਂ ਦਾ ਸਮਾਨ ਗੱਡੀ ਵਿੱਚ ਰੱਖ ਕੇ ਆਪਣੇ ਘਰ ਲੈ ਆਇਆ। ਘਰੇ ਪਹੁੰਚ ਕੇ ਬੈਲ ਵਜਾਈ ਤਾਂ ਰਤਨ ਨੇ ਗੇਟ ਖੋਲ੍ਹਿਆ। ਅੱਜ ਰਤਨ ਨੇ ਗੁਰਮਿਲਾਪ ਦੇ ਕਹਿਣ ਤੇ ਆਫਿਸ ਵਿੱਚੋਂ ਛੁੱਟੀ ਲਈ ਸੀ। ਆਪਣੀ ਸੱਸ ਨੂੰ ਸਾਹਮਣੇ ਦੇਖ ਕੇ ਰਤਨ ਨੇ ਨਾ ਚਾਹੁੰਦੇ ਹੋਏ ਵੀ ਪੈਰੀਂ ਹੱਥ ਲਾਏ ਤੇ ਗੁਰਮਿਲਾਪ ਸਮਾਨ ਅੰਦਰ ਰੱਖਣ ਲੱਗਾ ਅਤੇ ਪੂਰਨ ਕੌਰ ਆਪਣੀ ਨੂੰਹ ਨੂੰ ਦੇਖ ਕੇ ਖੁਸ਼ ਹੋਈ ਤੇ ਉਸਦੇ ਸਿਰ ਤੇ ਬੜੇ ਪਿਆਰ ਨਾਲ ਹੱਥ ਰੱਖਿਆ ਅਤੇ ਅਸੀਸਾਂ ਦੇਣ ਲੱਗੀ। ਤੇ ਰਤਨ ਵੀ ਫਿੱਕੀ ਜਿਹੀ ਮੁਸਕਰਾਹਟ ਨਾਲ ਕਹਿੰਦੀ, ਮੰਮੀ ਅੰਦਰ ਆਓ। ਬਾਹਰ ਕਿਸੇ ਦੇ ਆਉਣ ਦੀ ਆਵਾਜ਼ ਸੁਣੀ ਤਾਂ ਬੱਚੇ ਭੱਜ ਕੇ ਬਾਹਰ ਆਏ। ਮੰਮੀ ਤੁਸੀਂ ਕਿਸੇ ਨਾਲ ਗੱਲਾਂ ਕਰ ਰਹੇ ਸੀ? ਪੂਰਨ ਕੌਰ ਦੀ ਪੋਤੀ ਕਹਿੰਦੀ। ਦੀਪ ਕਹਿੰਦਾ ਆਪਣੇ ਘਰੇ ਗੈਸਟ ਆਏ ਨੇ। ਪਿੱਛੋਂ ਗੁਰਮਿਲਾਪ ਆਇਆ ਤੇ ਹੱਸ ਕੇ ਕਹਿਣ ਲੱਗਾ, ਬੇਟਾ ਇਹ ਕੋਈ ਗੈਸਟ ਨਹੀਂ, ਇਹ ਤੇਰੀ ਦਾਦੀ ਹੈ। ਚਲੋ ਦਾਦੀ ਦੇ ਪੈਰੀਂ ਹੱਥ ਲਾਓ। ਆਪਣੇ ਪੋਤਾ ਪੋਤੀ ਨੂੰ ਮਿਲ ਕੇ ਪੂਰਨ ਕੌਰ ਫੁੱਲੀ ਨਹੀਂ ਸਮਾ ਰਹੀ ਸੀ ਤੇ ਪੂਰਨ ਕੌਰ ਨੇ ਬੱਚਿਆਂ ਨੂੰ ਆਪਣੇ ਕਲੇਜੇ ਨਾਲ ਲਾ ਲਿਆ, ਬਹੁਤ ਲਾਡ ਪਿਆਰ ਕੀਤਾ ਤੇ ਪੋਤੀ ਨੂੰ ਤਾਂ ਗੋਦੀ ਵਿੱਚ ਹੀ ਬਿਠਾ ਲਿਆ। ਪਰ ਇੱਧਰ ਰਤਨ ਨੂੰ ਵਿੱਚੇ ਵਿੱਚ ਬਹੁਤ ਗੁੱਸਾ ਆ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ 2 ਕਮਰਿਆਂ ਦੇ ਘਰ ਵਿੱਚ ਉਹ ਆਪਣੀ ਸੱਸ ਦੇ ਰਹਿਣ ਦਾ ਇੰਤਜ਼ਾਮ ਕਿੱਥੇ ਕਰੇ ਤੇ ਮਨ ਹੀ ਮਨ ਉਸ ਨੂੰ ਗੁਰਮਿਲਾਪ ਤੇ ਵੀ ਗੁੱਸਾ ਆ ਰਿਹਾ ਸੀ। ਜੇ ਮੰਮੀ ਨੂੰ ਬਿਰਧ ਆਸ਼ਰਮ 'ਚੋਂ ਲੈ ਕੇ ਆਉਣਾ ਇੰਨਾ ਜ਼ਰੂਰੀ ਸੀ ਤੇ ਇਸ ਨੂੰ ਪਿੰਡ ਹੀ ਛੱਡ ਆਉਂਦੇ, ਇੱਥੇ ਮੇਰੇ ਸਿਰ ਤੇ ਬਿਠਾਉਣ ਦੀ ਕੀ ਜ਼ਰੂਰਤ ਸੀ? ਪੂਰਨ ਕੌਰ ਆਪਣੀ ਨੂੰਹ ਦਾ ਸੁਭਾਅ ਚੰਗੀ ਤਰ੍ਹਾਂ ਜਾਣਦੀ ਸੀ। ਰਤਨ ਦਾ ਫੁੱਲਿਆ ਹੋਇਆ ਮੂੰਹ ਉਸ ਦੀ ਨਾਰਾਜ਼ਗੀ ਸਾਫ਼ ਬਿਆਨ ਕਰ ਰਿਹਾ ਸੀ, ਪਰ ਉਸ ਦੇ ਇਸ ਰਵੱਈਏ ਨੂੰ ਨਜ਼ਰਅੰਦਾਜ਼ ਕਰਦੀ ਹੋਈ ਬੱਚਿਆਂ ਨੂੰ ਕਹਿਣ ਲੱਗੀ, ਬੱਚਿਓ ਤੁਹਾਡੀ ਦਾਦੀ ਇੰਨੇ ਸਮੇਂ ਬਾਅਦ ਘਰ ਆਈ ਹੈ ਤਾਂ ਆਪਣੀ ਦਾਦੀ ਨੂੰ ਆਪਣਾ ਕਮਰਾ ਨਹੀਂ ਦਿਖਾਓਗੇ? ਹਾਂ ਜ਼ਰੂਰ ਦਿਖਾਵਾਂਗੇ। ਇੰਨਾ ਕਹਿ ਕੇ ਬੱਚੇ ਆਪਣੀ ਦਾਦੀ ਦਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਏ ਤਾਂ ਗੁਰਮਿਲਾਪ ਕਹਿੰਦਾ ਕਿ ਬੱਚਿਓ ਆਪਣੀ ਦਾਦੀ ਦਾ ਸਮਾਨ ਵੀ ਆਪਣੇ ਕਮਰੇ ਵਿੱਚ ਹੀ ਰੱਖ ਦਿਓ। ਅੱਜ ਤੋਂ ਬਾਅਦ ਤੁਹਾਡੀ ਦਾਦੀ ਤੁਹਾਡੇ ਨਾਲ ਕਮਰੇ ਵਿੱਚ ਸੌਂਏਗੀ। ਤੇ ਫਿਰ ਮੁਸਕਰਾ ਕੇ ਕਹਿੰਦਾ, ਤੁਸੀਂ ਜਾਣਦੇ ਹੋ ਤੁਹਾਡੀ ਦਾਦੀ ਨੂੰ ਬਹੁਤ ਕਹਾਣੀਆਂ ਆਉਂਦੀਆਂ ਨੇ ਤੇ ਰਾਤ ਨੂੰ ਆਪਣੀ ਦਾਦੀ ਤੋਂ ਕਹਾਣੀ ਸੁਣਿਆ ਜੇ। ਇੰਨਾ ਸੌਂਦੇ ਹੀ ਦੋਵੇਂ ਬੱਚੇ ਖੁਸ਼ ਹੋ ਗਏ ਤੇ ਰਤਨ ਨੇ ਡਾਈਨਿੰਗ ਟੇਬਲ ਤੇ ਖਾਣਾ ਰੱਖਿਆ ਤਾਂ ਪੂਰਨ ਕੌਰ ਦੋਨੇ ਬੱਚਿਆਂ ਦੇ ਨਾਲ ਖਾਣਾ ਖਾਣ ਬੈਠ ਗਈ। ਗੁਰਮਿਲਾਪ ਵੀ ਮੂੰਹ ਹੱਥ ਧੋ ਕੇ ਆ ਗਿਆ ਤੇ ਰਤਨ ਰਸੋਈ ਵਿੱਚ ਸਾਰਿਆਂ ਲਈ ਗਰਮ-ਗਰਮ ਰੋਟੀਆਂ ਪਕਾ ਰਹੀ ਸੀ ਤਾਂ ਪੂਰਨ ਕੌਰ ਕਹਿੰਦੀ ਕਿ ਇੱਕ ਗੱਲ ਤਾਂ ਚੰਗੀ ਹੋਈ, ਪੁੱਤ ਮੇਰਾ ਵੀ ਬੱਚਿਆਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ। ਰੱਬ ਨੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ। ਹੁਣ ਤਾਂ ਰੱਬ ਮੈਨੂੰ ਲੈ ਵੀ ਜਾਵੇ ਤਾਂ ਮੈਨੂੰ ਕੋਈ ਗਿਲਾ ਨਹੀਂ। ਮਾਂ ਦੀ ਇਹ ਗੱਲ ਸੁਣ ਕੇ ਗੁਰਮਿਲਾਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਉਹ ਆਪਣੇ ਹੰਝੂ ਛਿਪਾਉਂਦਾ ਹੋਇਆ ਰੋਟੀ ਖਾਣ ਲੱਗਾ। ਸਾਰੇ ਬਹੁਤ ਖੁਸ਼ ਹੋ ਕੇ ਰੋਟੀ ਖਾ ਰਹੇ ਸੀ, ਪਰ ਦੀਪ ਨੇ ਅੱਧੀ ਕੁ ਰੋਟੀ ਖਾਧੀ ਤੇ ਪਲੇਟ ਪਾਸੇ ਕਰ ਦਿੱਤੀ ਤੇ ਕਹਿੰਦਾ ਮੈਨੂੰ ਭੁੱਖ ਨਹੀਂ। ਤਾਂ ਇਹ ਦੇਖ ਕੇ ਪੂਰਨ ਕੌਰ ਕਹਿੰਦੀ, ਪੁੱਤ ਤੂੰ ਤਾਂ ਇੱਕ ਰੋਟੀ ਵੀ ਨਹੀਂ ਖਾਧੀ। ਜੇ ਰੋਟੀ ਨਾ ਖਾਏਗਾ ਤਾਂ ਖੇਡੇਗਾ ਤੇ ਪੜ੍ਹੇਗਾ ਕਿਵੇਂ? ਤਾਂ ਗੁਰਮਿਲਾਪ ਕਹਿੰਦਾ, ਮੰਮੀ ਦੀਪ ਦੇ ਪੇਟ ਵਿੱਚ ਇਨਫੈਕਸ਼ਨ ਹੈ, ਜਿਸ ਕਰਕੇ ਇਸ ਨੂੰ ਪੇਟ ਦਰਦ ਤੇ ਉਲਟੀਆਂ ਦੀ ਪ੍ਰੋਬਲਮ ਰਹਿੰਦੀ ਹੈ ਤੇ ਭੁੱਖ ਵੀ ਨਹੀਂ ਲੱਗਦੀ। ਤਾਂ ਪੂਰਨ ਕੌਰ ਕਹਿੰਦੀ, ਬੇਟਾ ਡਾਕਟਰ ਨੂੰ ਦਿਖਾਉਣਾ ਸੀ। ਦਿਖਾਇਆ ਸੀ ਮੰਮੀ, ਪਰ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਰਾਤ ਨੂੰ ਪੂਰਨ ਕੌਰ ਦੇ ਸੌਣ ਦਾ ਪ੍ਰਬੰਧ ਬੱਚਿਆਂ ਦੇ ਕਮਰੇ ਵਿੱਚ ਕਰ ਦਿੱਤਾ। ਬੱਚੇ ਦਾਦੀ ਦੇ ਆਉਣ ਕਰਕੇ ਬਹੁਤ ਖੁਸ਼ ਸੀ ਤੇ ਸੌਣ ਤੋਂ ਪਹਿਲਾਂ ਪੂਰਨ ਕੌਰ ਨੇ ਬੱਚਿਆਂ ਨੂੰ ਕਹਾਣੀ ਸੁਣਾਈ ਤੇ ਬੱਚੇ ਬੜੇ ਪਿਆਰ ਨਾਲ ਦਾਦੀ ਤੋਂ ਕਹਾਣੀ ਸੁਣਨ ਲੱਗੇ। ਪੂਰਨ ਕੌਰ ਨੂੰ ਆਏ ਅਜੇ 1 ਦਿਨ ਨਹੀਂ ਹੋਇਆ ਸੀ
ਕਿ ਦੋਨੇ ਬੱਚੇ ਉਸ ਨਾਲ ਬਹੁਤ ਵਧੀਆ ਘੁਲ ਮਿਲ ਗਏ। ਅਗਲੇ ਦਿਨ ਜਦੋਂ ਰਤਨ ਉੱਠੀ ਤਾਂ ਵੇਖਿਆ 7 ਵੱਜ ਗਏ ਸੀ। ਆਫਿਸ ਜਾਣ ਨੂੰ ਦੇਰ ਹੋ ਜਾਏਗੀ ਇਹ ਸੋਚ ਕੇ ਉਹ ਜਲਦੀ ਉੱਠੀ ਅਤੇ ਨਹਾ ਕੇ ਆਪਣੇ ਬੱਚਿਆਂ ਦੇ ਲਈ 2 ਮਿੰਟ ਵਿੱਚ ਨੂਡਲ ਬਣਾਉਣ ਲਈ ਰਸੋਈ ਵਿੱਚ ਗਈ। ਜਿਵੇਂ ਹੀ ਉਹ ਰਸੋਈ ਵਿੱਚ ਗਈ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਰਸੋਈ ਵਿੱਚੋਂ ਖੁਸ਼ਬੂ ਆ ਰਹੀ ਸੀ। ਉਸ ਦੀ ਸੱਸ ਨੇ ਸਵੇਰੇ ਆਲੂ ਤੇ ਗੋਭੀ ਦੀ ਸਬਜ਼ੀ ਅਤੇ ਪਰੌਂਠੇ ਬਣਾ ਦਿੱਤੇ ਸੀ। ਇਹ ਦੇਖ ਕੇ ਰਤਨ ਨੂੰ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਹੋਈ। ਰਤਨ ਨੂੰ ਦੇਖ ਕੇ ਪੂਰਨ ਕੌਰ ਕਹਿੰਦੀ, ਬੇਟਾ ਉੱਠ ਗਈ ਤੂੰ ਆਫਿਸ ਲਈ ਤਿਆਰ ਹੋ ਜਾ। ਮੈਂ ਸਾਰਿਆਂ ਲਈ ਟਿਫਨ ਤਿਆਰ ਕਰ ਦਿੱਤੇ ਆ, ਚਾਹ ਵੀ ਬਣਾ ਦਿੱਤੀ ਆ। ਜਲਦੀ ਤੂੰ ਰੋਟੀ ਖਾ ਲੈ, ਨਹੀਂ ਤਾਂ ਆਫਿਸ ਜਾਣ ਤੋਂ ਲੇਟ ਹੋ ਜਾਏਗੀ। ਠੀਕ ਹੈ ਮੰਮੀ ਜੀ, ਪਰ ਪਹਿਲਾਂ ਮੈਂ ਬੱਚਿਆਂ ਨੂੰ ਤਿਆਰ ਕਰ ਦਿੰਦੀ ਹਾਂ। ਮੁਸਕਰਾਉਂਦੀ ਹੋਈ ਰਤਨ ਨੇ ਕਿਹਾ ਤਾਂ ਪਿੱਛੋਂ ਬੱਚਿਆਂ ਦੀ ਆਵਾਜ਼ ਆਈ, ਮੰਮੀ ਸਾਨੂੰ ਦਾਦੀ ਨੇ ਤਿਆਰ ਕਰ ਦਿੱਤਾ ਹੈ। ਅੱਜ ਅਸੀਂ ਦਾਦੀ ਦੇ ਨਾਲ ਸਵੇਰੇ ਹੀ ਉੱਠ ਗਏ ਸੀ। ਇਹ ਸਭ ਕੁਝ ਵੇਖ ਕੇ ਰਤਨ ਬਹੁਤ ਹੈਰਾਨ ਰਹਿ ਗਈ। ਆਫਿਸ ਵਿੱਚ ਲੰਚ ਦਾ ਟਾਈਮ ਹੋਇਆ ਤਾਂ ਰਤਨ ਨੇ ਜਦੋਂ ਆਪਣਾ ਟਿਫਨ ਖੋਲ੍ਹਿਆ ਤਾਂ ਸਾਰੇ ਉਸਦੇ ਟਿਫਨ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਕਹਿੰਦੇ, ਕਮਾਲ ਹੈ ਰਤਨ, ਅੱਜ ਤਾਂ ਤੂੰ ਨੂਡਲ ਜਾਂ ਸੈਂਡਵਿਚ ਦੀ ਬਜਾਏ ਤੂੰ ਪਰੌਂਠੇ ਤੇ ਸਬਜ਼ੀ ਲੈ ਕੇ ਆਈ ਹੈ। ਇੰਨੀ ਖੁਸ਼ਬੂ ਆ ਰਹੀ ਹੈ ਕਿ ਖਾਣ ਨੂੰ ਦਿਲ ਕਰਦਾ ਹੈ। ਪਰ ਤੇਰੀ ਜ਼ਿੰਦਗੀ ਵਿੱਚ ਇੰਨਾ ਬਦਲਾਅ ਕਿਵੇਂ ਆਇਆ? ਕਿਉਂਕਿ ਤੈਨੂੰ ਤਾਂ ਸਵੇਰੇ ਰੋਟੀ ਬਣਾਉਣ ਦਾ ਸਮਾਂ ਵੀ ਨਹੀਂ ਮਿਲਦਾ। ਰਤਨ ਕਹਿੰਦੀ, ਦਰਅਸਲ ਗੱਲ ਇਹ ਹੈ ਕਿ ਕੁਝ ਦਿਨਾਂ ਦੇ ਲਈ ਮੇਰੀ ਸੱਸ ਸਾਡੇ ਘਰ ਰਹਿਣ ਆਈ ਹੈ। ਇਹ ਸਭ ਕੁਝ ਉਸ ਨੇ ਬਣਾਇਆ ਹੈ। ਤਾਂ ਰਤਨ ਅਤੇ ਉਸਦੇ ਸਟਾਫ ਨੇ ਪਰੌਂਠੇ ਤੇ ਸਬਜ਼ੀ ਖਾਧੀ ਤਾਂ ਸਾਰੇ ਬਹੁਤ ਖੁਸ਼ ਹੋਏ ਤੇ ਉਂਗਲੀਆਂ ਚੱਟਦੇ ਰਹਿ ਗਏ। ਸ਼ਾਮ ਨੂੰ ਜਦੋਂ ਰਤਨ ਤੇ ਗੁਰਮਿਲਾਪ ਘਰ ਵਾਪਸ ਆਏ ਤਾਂ ਉਸ ਸਮੇਂ ਬੱਚੇ ਵੀ ਘਰ ਆ ਗਏ ਸੀ। ਰਤਨ ਦੇ ਆਉਂਦੇ ਹੀ ਨੂਰ ਕਹਿੰਦੀ, ਮੰਮਾ ਅੱਜ ਸਾਨੂੰ ਸਕੂਲ ਰੋਟੀ ਖਾਣ ਤੇ ਬਹੁਤ ਮਜ਼ਾ ਆਇਆ। ਹਰ ਰੋਜ਼ ਮੈਗੀ, ਨੂਡਲ ਤੇ ਸੈਂਡਵਿਚ ਖਾ ਕੇ ਅਸੀਂ ਬੋਰ ਹੋ ਗਏ ਸੀ। ਫਿਰ ਦੀਪ ਕਹਿੰਦਾ, ਹਾਂ ਮੰਮਾ, ਅੱਜ ਮੈਂ ਵੀ ਆਪਣਾ ਟਿਫਨ ਪੂਰਾ ਖਤਮ ਕੀਤਾ ਹੈ ਤੇ ਮੇਰੇ ਪੇਟ ਵਿੱਚ ਦਰਦ ਵੀ ਨਹੀਂ ਹੋਇਆ। ਸੱਚ? ਹਾਂ ਮੰਮਾ। ਦੀਪ ਨੂੰ ਖੁਸ਼ ਵੇਖ ਕੇ ਰਤਨ ਤੇ ਗੁਰਮਿਲਾਪ ਨੂੰ ਬਹੁਤ ਸਕੂਨ ਮਿਲਿਆ। ਪੂਰਨ ਕੌਰ ਨੇ ਦੀਪ ਨੂੰ ਕਿਹਾ, ਬੇਟਾ ਅੱਜ ਤੋਂ ਬਾਅਦ ਤੇਰੇ ਪੇਟ ਵਿੱਚ ਦਰਦ ਹੋਏਗਾ ਵੀ ਨਹੀਂ। ਹੁਣ ਤੂੰ ਬਿਲਕੁਲ ਠੀਕ ਹੋ ਜਾਏਗਾ। ਆਪਣੇ ਬੱਚਿਆਂ ਨੂੰ ਦਾਦੀ ਮਾਂ ਦਾ ਪਿਆਰ ਮਿਲਦੇ ਵੇਖ ਕੇ ਗੁਰਮਿਲਾਪ ਬਹੁਤ ਖੁਸ਼ ਹੋਇਆ। ਪੂਰਨ ਕੌਰ ਨੇ ਦੇਖਿਆ ਕਿ ਦੋਨੇ ਬੱਚੇ ਥੋੜ੍ਹੀ ਦੇਰ ਬਾਅਦ ਬਾਜ਼ਾਰ ਦੇ ਚਿਪਸ ਤੇ ਬਿਸਕੁਟ ਖਾਂਦੇ ਹਨ ਤਾਂ ਉਸਨੇ ਬੱਚਿਆਂ ਲਈ ਘਰੇ ਹੀ ਬੱਚਿਆਂ ਨੂੰ ਕੁਝ ਨਾ ਕੁਝ ਬਣਾ ਕੇ ਦੇ ਦਿੰਦੀ। ਦਾਦੀ ਦੀਆਂ ਬਣਾਈਆਂ ਚੀਜ਼ਾਂ ਅੱਗੇ ਬੱਚਿਆਂ ਨੂੰ ਬਾਜ਼ਾਰ ਦੇ ਪੈਕਟ ਬੇਕਾਰ ਲੱਗਣ ਲੱਗੇ ਅਤੇ ਨਾਲ ਹੀ ਉਸਦੀ ਸਿਹਤ ਵੀ ਠੀਕ ਹੋਣ ਲੱਗੀ। ਇੱਧਰ ਸੱਸ ਦੇ ਆਉਣ ਤੇ ਰਤਨ ਨੂੰ ਤਾਂ ਜਿਵੇਂ ਬੱਚਿਆਂ ਦੀ ਚਿੰਤਾ ਹੀ ਨਹੀਂ ਰਹੀ ਸੀ। ਬੱਚਿਆਂ ਦੇ ਸਕੂਲ ਤੋਂ ਬਾਅਦ ਪੂਰਨ ਕੌਰ ਉਹਨਾਂ ਦੀ ਬਹੁਤ ਸਾਂਭ ਸੰਭਾਲ ਕਰਦੀ, ਗਰਮ ਰੋਟੀ ਪਕਾ ਕੇ ਖਵਾਉਂਦੀ। ਹੁਣ ਘਰ ਵਿੱਚ ਰੈਡੀਮੇਡ ਖਾਣੇ ਦੇ ਪੈਕਟ ਆਉਣੇ ਵੀ ਬੰਦ ਹੋ ਗਏ ਸੀ। ਹੁਣ ਸਾਰੇ ਘਰੇ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਂਦੇ। ਬੱਚੇ ਜੋ ਪਹਿਲਾਂ ਸਕੂਲ ਤੋਂ ਆਉਂਦੇ ਹੀ ਟੀਵੀ ਤੇ ਮੋਬਾਈਲ ਵੇਖਣ ਲੱਗ ਜਾਂਦੇ ਸੀ, ਉਹ ਬੱਚੇ ਹੁਣ ਆਪਣੀ ਦਾਦੀ ਨਾਲ ਖੇਡਦੇ ਰਹਿੰਦੇ। ਸਵੇਰੇ ਤਾਂ ਸਕੂਲ ਜਾਣ ਦੀ ਜਲਦੀ ਹੁੰਦੀ ਸੀ, ਪਰ ਸ਼ਾਮ ਦੇ ਸਮੇਂ ਦੋਨੇ ਰੋਜ਼ਾਨਾ ਦਾਦੀ ਦੇ ਨਾਲ ਸੁਸਾਇਟੀ ਵਿੱਚ ਬਣੇ ਗੁਰਦੁਆਰੇ ਜਾਣ ਲੱਗੇ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੀ ਸੁਸਾਇਟੀ ਵਿੱਚ ਕੋਈ ਗੁਰਦੁਆਰਾ ਹੈ। ਰਤਨ ਅਤੇ ਗੁਰਮਿਲਾਪ ਦੇ ਕੋਲ ਤਾਂ ਸਮਾਂ ਹੀ ਨਹੀਂ ਸੀ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਣ ਦਾ, ਪਰ ਦਾਦੀ ਦੇ ਆਉਣ ਨਾਲ ਰਹਿਣ ਕਰਕੇ ਦੋਨੇ ਬੱਚੇ ਚੰਗੀਆਂ ਗੱਲਾਂ ਸਿੱਖਣ ਲੱਗੇ। ਇੱਕ ਦਿਨ ਰਾਤ ਨੂੰ ਰਤਨ ਪਾਣੀ ਪੀਣ ਲਈ ਉੱਠੀ ਤਾਂ ਬੱਚਿਆਂ ਦੇ ਕਮਰੇ ਵਿੱਚੋਂ ਆਉਂਦੀ ਆਵਾਜ਼ ਸੁਣ ਕੇ ਉਹ ਰੁਕ ਗਈ। ਪੂਰਨ ਕੌਰ ਬੜੇ ਪਿਆਰ ਨਾਲ ਦੋਨੇ ਬੱਚਿਆਂ ਨੂੰ ਧਾਰਮਿਕ ਕਹਾਣੀਆਂ ਸੁਣਾ ਰਹੀ ਸੀ। ਦੋਨੇ ਬੱਚੇ ਦਾਦੀ ਦੇ ਨਾਲ ਦੋਨੇ ਪਾਸੇ ਪਏ ਹੋਏ ਸੀ ਤੇ ਬੜੇ ਪਿਆਰ ਨਾਲ ਕਹਾਣੀ ਸੁਣ ਰਹੇ ਸੀ। ਇਹ ਦੇਖ ਕੇ ਰਤਨ ਬਹੁਤ ਪ੍ਰਭਾਵਿਤ ਹੋਈ। ਪੂਰਨ ਕੌਰ ਬਹੁਤ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਪਰ ਪੰਜਾਬੀ ਉਸਨੂੰ ਚੰਗੀ ਤਰ੍ਹਾਂ ਆਉਂਦੀ ਸੀ ਅਤੇ ਇਹ ਗੱਲ ਗੁਰਮਿਲਾਪ ਜਾਣਦਾ ਸੀ। ਜਦੋਂ ਉਸਨੇ ਬੱਚਿਆਂ ਨੂੰ ਇਹ ਗੱਲ ਦੱਸੀ ਤਾਂ ਬੱਚੇ ਬਹੁਤ ਖੁਸ਼ ਹੋਏ, ਕਿਉਂਕਿ ਰਤਨ ਬਾਕੀ ਸਾਰੇ ਵਿਸ਼ੇ ਉਹਨਾਂ ਨੂੰ ਵਧੀਆ ਤਰ੍ਹਾਂ ਪੜ੍ਹਾਉਂਦੀ ਸੀ, ਪਰ ਪੰਜਾਬੀ ਨਹੀਂ ਪੜ੍ਹਾ ਸਕਦੀ ਸੀ। ਉਹ ਦੋਨੇ ਪੰਜਾਬੀ ਪੜ੍ਹਨ ਲਈ ਆਪਣੀ ਦਾਦੀ ਕੋਲ ਆ ਕੇ ਬੈਠ ਜਾਂਦੇ। ਦਾਦੀ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾਉਂਦੀ
ਹੋਰ ਤਾਂ ਹੋਰ ਜੋ ਪਹਿਲਾਂ ਹਮੇਸ਼ਾ ਘਰ ਵਿੱਚ ਖਲਾਰਾ ਪਿਆ ਰਹਿੰਦਾ ਸੀ, ਪੂਰਨ ਕੌਰ ਦੇ ਆਉਣ ਕਰਕੇ ਉਹੀ ਘਰ ਬਹੁਤ ਸੋਹਣਾ ਸਾਫ ਸੁਥਰਾ ਲੱਗਣ ਲੱਗਾ। ਪੂਰਨ ਕੌਰ ਰਤਨ ਦੇ ਮਗਰੋਂ ਹਰ ਇੱਕ ਚੀਜ਼ ਨੂੰ ਆਪਣੀ ਆਪਣੀ ਜਗ੍ਹਾ 'ਤੇ ਰੱਖਦੀ। ਹੁਣ ਰਤਨ ਨੂੰ ਘਰ ਆ ਕੇ ਬਹੁਤ ਸ਼ਾਂਤੀ ਤੇ ਸਕੂਨ ਮਹਿਸੂਸ ਹੋਣ ਲੱਗਾ। ਰਤਨ ਆਪਣੀ ਸੱਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਆਪਣੇ ਸੱਸ ਦੇ ਪ੍ਰਤੀ ਉਸਦੇ ਮਨ ਵਿੱਚ ਪਿਆਰ ਆਉਣ ਲੱਗਿਆ। ਸ਼ਾਮ ਨੂੰ ਆਫਿਸ ਤੋਂ ਆਉਣ ਤੋਂ ਬਾਅਦ ਰਤਨ ਸਾਰਿਆਂ ਲਈ ਚਾਹ ਬਣਾਉਂਦੀ ਅਤੇ ਸਾਰੇ ਇਕੱਠੇ ਬੈਠ ਕੇ ਚਾਹ ਪੀਂਦੇ। ਸਾਰਾ ਦਿਨ ਕੰਮ ਕਰਦੇ ਕਰਦੇ ਮੰਮੀ ਥੱਕ ਜਾਂਦੀ ਹੋਏਗੀ, ਇਹ ਸੋਚ ਕੇ ਰਾਤ ਦੀ ਰੋਟੀ ਰਤਨ ਬਣਾ ਦਿੰਦੀ ਅਤੇ ਬੜੇ ਪਿਆਰ ਨਾਲ ਆਪਣੀ ਸੱਸ ਨੂੰ ਬਿਠਾ ਕੇ ਖਵਾਉਂਦੀ। ਪੂਰਨ ਕੌਰ ਨੂੰ ਆਪਣੇ ਪੁੱਤ ਦੇ ਘਰ ਆਏ 1 ਮਹੀਨਾ ਹੋ ਚੱਲਿਆ ਸੀ ਤਾਂ ਇੱਕ ਦਿਨ ਬਿਰਧ ਆਸ਼ਰਮ ਵਿੱਚੋਂ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਬਿਲਡਿੰਗ ਤਿਆਰ ਹੋ ਗਈ ਹੈ, ਹੁਣ ਤੁਸੀਂ ਆਪਣੀ ਮਾਤਾ ਨੂੰ ਇੱਥੇ ਛੱਡ ਕੇ ਜਾ ਸਕਦੇ ਹੋ। ਇੰਨਾ ਸੁਣਦੇ ਹੀ ਗੁਰਮਿਲਾਪ ਉਦਾਸ ਹੋ ਗਿਆ। ਇਸ ਮਹੀਨੇ ਦੇ ਵਿੱਚ ਉਹ ਇਹ ਭੁੱਲ ਗਿਆ ਸੀ ਕਿ ਉਹ ਆਪਣੀ ਮਾਂ ਨੂੰ ਕੁਝ ਸਮੇਂ ਲਈ ਇੱਥੇ ਲੈ ਕੇ ਆਇਆ ਹੈ, ਪਰ ਮਾਂ ਨੂੰ ਵਾਪਸ ਛੱਡਣ ਜਾਣ ਦਾ ਉਸ ਦਾ ਬਿਲਕੁਲ ਦਿਲ ਨਹੀਂ ਕਰਦਾ ਸੀ। ਭਰੇ ਗਲੇ ਨਾਲ ਜਦੋਂ ਗੁਰਮਿਲਾਪ ਨੇ ਮਾਂ ਨੂੰ ਛੱਡ ਕੇ ਆਉਣ ਦੀ ਗੱਲ ਰਤਨ ਨੂੰ ਕਹੀ ਤਾਂ ਰਤਨ ਵੀ ਪਰੇਸ਼ਾਨ ਹੋ ਗਈ। ਫਿਰ ਕਹਿੰਦੀ ਕਿ ਮੰਮੀ ਜੀ ਇੱਥੋਂ ਜਾਣਾ ਚਾਹੁੰਦੀ ਹੈ, ਤਾਂ ਗੁਰਮਿਲਾਪ ਨੇ ਕਿਹਾ ਨਹੀਂ, ਉਸਨੇ ਤਾਂ ਇਹੋ ਜਿਹਾ ਕੁਝ ਨਹੀਂ ਕਿਹਾ, ਪਰ ਉਸਦੇ ਆਉਣ ਨਾਲ ਤੈਨੂੰ ਪਰੇਸ਼ਾਨੀ ਹੋ ਰਹੀ ਹੋਏਗੀ, ਇਸ ਲਈ ਮੈਂ ਸੋਚਿਆ ਹੈ ਕਿ ਮੈਂ ਕੱਲ੍ਹ ਹੀ ਮੰਮੀ ਨੂੰ ਛੱਡ ਆਵਾਂਗਾ। ਗੁਰਮਿਲਾਪ ਦੀ ਗੱਲ ਸੁਣ ਕੇ ਰਤਨ ਗੁਰਮਿਲਾਪ ਦੇ ਮੂੰਹ ਵੱਲ ਵੇਖਣ ਲੱਗੀ, ਪਰ ਇਸ ਸਮੇਂ ਗੁਰਮਿਲਾਪ ਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ ਤੇ ਚੁੱਪਚਾਪ ਸੌਂ ਗਿਆ। ਪਰ ਰਤਨ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆ ਰਹੀ ਸੀ। ਕੁਝ ਦੇਰ ਤੱਕ ਬੈਠ ਕੇ ਸੋਚਦੀ ਰਹੀ। ਅਗਲੇ ਦਿਨ ਰਤਨ ਆਫਿਸ ਤੋਂ ਜਲਦੀ ਛੁੱਟੀ ਲੈ ਕੇ ਘਰ ਵਾਪਸ ਆ ਗਈ। ਸਿਹਤ ਠੀਕ ਨਹੀਂ ਲੱਗ ਰਹੀ ਸੀ, ਇਸ ਲਈ ਆਉਂਦੇ ਹੀ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ। ਉਸ ਨੂੰ ਪਰੇਸ਼ਾਨੀ ਦੀ ਹਾਲਤ ਵਿੱਚ ਦੇਖ ਕੇ ਪੂਰਨ ਕੌਰ ਉਸੇ ਸਮੇਂ ਉਸਦੇ ਕਮਰੇ ਵਿੱਚ ਆਈ। ਮੱਥੇ ਤੇ ਹੱਥ ਲਗਾ ਕੇ ਦੇਖਿਆ ਤਾਂ ਬੁਖਾਰ ਚੜਿਆ ਹੋਇਆ ਸੀ। ਬੇਟਾ, ਤੈਨੂੰ ਤਾਂ ਬਹੁਤ ਬੁਖਾਰ ਹੈ, ਪਰੇਸ਼ਾਨ ਹੁੰਦੇ ਹੋਏ ਪੂਰਨ ਕੌਰ ਕਹਿੰਦੀ ਅਤੇ ਜਲਦੀ ਜਾ ਕੇ ਦਵਾਈਆਂ ਵਾਲੇ ਡੱਬੇ ਵਿੱਚੋਂ ਬੁਖਾਰ ਦੀ ਦਵਾਈ ਕੱਢ ਕੇ ਲੈ ਆਈ। ਦਵਾਈ ਦੇ ਕੇ ਉਸਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰਨ ਲੱਗੀ। ਥੋੜੀ ਹੀ ਦੇਰ ਵਿੱਚ ਬੁਖਾਰ ਘਟ ਗਿਆ ਤਾਂ ਪੂਰਨ ਕੌਰ ਚਾਹ ਬਣਾ ਕੇ ਲੈ ਆਈ। ਰਤਨ ਦਾ ਬੁਖਾਰ ਥੋੜੀ ਦੇਰ ਵਿੱਚ ਹੀ ਉਤਰ ਗਿਆ, ਪਰ ਉਸ ਦੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਹਿ ਰਹੇ ਸੀ। ਰਤਨ ਠੀਕ ਨਾ ਹੋਣ ਕਰਕੇ ਗੁਰਮਿਲਾਪ ਵੀ ਘਰ ਜਲਦੀ ਆ ਗਿਆ, ਪਰ ਰਤਨ ਕਿਉਂ ਰੋ ਰਹੀ ਹੈ ਪੂਰਨ ਕੌਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਬਿਨਾਂ ਕੁਝ ਕਹੇ ਰਤਨ ਰੋਈ ਜਾ ਰਹੀ ਸੀ, ਪਰ ਸ਼ਾਇਦ ਗੁਰਮਿਲਾਪ ਰਤਨ ਦੇ ਰੋਣ ਦਾ ਕਾਰਨ ਜਾਣਦਾ ਸੀ, ਇਸ ਲਈ ਜਾਣ-ਬੁੱਝ ਕੇ ਉਸਨੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡਣ ਲਈ ਉਸਦਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ। ਤਾਂ ਰਤਨ ਆਪਣੀ ਸੱਸ ਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਣ ਲੱਗੀ ਤੇ ਕਹਿੰਦੀ, ਮੰਮੀ ਜੀ ਮੈਨੂੰ ਮਾਫ਼ ਕਰ ਦਿਓ, ਤੁਹਾਡੇ ਪਿਆਰ ਨੂੰ ਸਮਝਣ ਵਿੱਚ ਮੈਂ ਬਹੁਤ ਦੇਰ ਕਰ ਦਿੱਤੀ। ਬਚਪਨ ਵਿੱਚ ਹੀ ਰੱਬ ਨੇ ਮੇਰੇ ਤੋਂ ਮੇਰੀ ਮਾਂ ਖੋਹ ਲਈ ਸੀ, ਇਸ ਲਈ ਮੈਨੂੰ ਮਾਂ ਦਾ ਪਿਆਰ ਕੀ ਹੁੰਦਾ ਹੈ ਪਤਾ ਹੀ ਨਹੀਂ ਸੀ। ਇਸ ਲਈ ਮੈਂ ਤੁਹਾਡੇ ਪਿਆਰ ਤੇ ਮਮਤਾ ਨੂੰ ਪਹਿਚਾਨ ਨਹੀਂ ਸਕੀ। ਇਹੋ ਜਿਹਾ ਪਿਆਰ ਸਿਰਫ ਇੱਕ ਮਾਂ ਹੀ ਆਪਣੇ ਬੱਚਿਆਂ ਦੇ ਨਾਲ ਕਰ ਸਕਦੀ ਹੈ। ਆਪਣੀ ਨੂੰਹ ਦੇ ਮੂੰਹੋਂ ਆਪਣੇ ਲਈ ਪਿਆਰ ਭਰੇ ਸ਼ਬਦ ਸੁਣ ਕੇ ਪੂਰਨ ਕੌਰ ਵੀ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਰਤਨ ਕਹਿੰਦੀ, ਮੰਮੀ ਜੀ ਹੁਣ ਤੁਸੀਂ ਆਪਣੀ ਧੀ ਨੂੰ ਛੱਡ ਕੇ ਕਿਤੇ ਨਹੀਂ ਜਾਓਗੇ, ਇੱਥੇ ਮੇਰੇ ਨਾਲ ਹੀ ਰਹੋਗੇ। ਜ਼ਿੰਦਗੀ ਦੀ ਭੱਜ ਦੌੜ ਵਿੱਚ ਮੈਂ ਅੱਜ ਤੱਕ ਸਮਝ ਹੀ ਨਹੀਂ ਸਕੀ ਕਿ ਸਾਡੇ ਵੱਡਿਆਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਹੈ। ਦਾਦਾ ਦਾਦੀ ਦੁਆਰਾ ਦਿੱਤੇ ਗਏ ਸੰਸਕਾਰ ਤੇ ਸਿੱਖਿਆ ਬੱਚਿਆਂ ਦੇ ਜੀਵਨ ਵਿੱਚ ਕਿੰਨਾ ਚੰਗਾ ਪ੍ਰਭਾਵ ਪਾਉਂਦੀ ਹੈ, ਇਹ ਮੈਂ ਤੁਹਾਡੇ ਨਾਲ ਰਹਿਣ ਤੋਂ ਬਾਅਦ ਦੇਖਿਆ ਹੈ। ਸੱਚ ਕਹਾਂ ਤਾਂ ਪਰਿਵਾਰ ਸ਼ਬਦ ਦਾ ਅਰਥ ਵੀ ਮੈਨੂੰ ਤੁਹਾਡੇ ਨਾਲ ਰਹਿਣ ਤੋਂ ਬਾਅਦ ਹੀ ਪਤਾ ਲੱਗਾ ਹੈ। ਮੰਮੀ ਜੀ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੀ। ਇਹ ਕਹਿੰਦੇ ਹੋਏ ਉਸਨੇ ਆਪਣੀ ਸੱਸ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਫੇਰ ਰੋਣ ਲੱਗ ਗਈ। ਕਮਲੀ ਨਾ ਹੋਵੇ ਤਾਂ ਇਸ ਤਰ੍ਹਾਂ ਵੀ ਕੋਈ ਰੋਂਦਾ ਹੈ? ਪੂਰਨ ਕੌਰ ਨੇ ਉਸਨੂੰ ਪਿਆਰ ਨਾਲ ਝਿੜਕਦੇ ਹੋਏ ਕਿਹਾ। ਪੂਰਨ ਕੌਰ ਕਹਿੰਦੀ, ਇੰਨਾ ਪਿਆਰ ਮਿਲਣ ਤੋਂ ਬਾਅਦ ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦੀ ਹਾਂ? ਪਿੱਛੋਂ ਦੋਨੇ ਬੱਚੇ ਆਏ ਤੇ ਦਾਦੀ ਦੀਆਂ ਲੱਤਾਂ ਨੂੰ ਚਿੰਬੜ ਗਏ। ਦਾਦੀ, ਜੇ ਤੂੰ ਜਾਣਾ ਵੀ ਚਾਹੇਂਗੀ ਤਾਂ ਅਸੀਂ ਤੈਨੂੰ ਜਾਣ ਨਹੀਂ ਦਿਆਂਗੇ, ਹੁਣ ਅਸੀਂ ਤੈਨੂੰ ਨਹੀਂ ਛੱਡਾਂਗੇ। ਬੱਚਿਆਂ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਗੁਰਮਿਲਾਪ ਅੱਜ ਆਪਣੀ ਮਾਂ ਤੇ ਆਪਣੀ ਪਤਨੀ ਨੂੰ ਇਕੱਠਾ ਬੈਠਾ ਦੇਖ ਕੇ ਬਹੁਤ ਖੁਸ਼ ਸੀ। ਦੋਸਤੋ, ਸੋਚਣ ਵਾਲੀ ਗੱਲ ਹੈ ਕਿ ਆਖਰ ਬੰਦਾ ਰੱਬ ਤੋਂ ਔਲਾਦ ਕਿਉਂ ਮੰਗਦਾ ਹੈ?
ਤਾਂ ਕਿ ਬੱਚੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣਨ ਤੇ ਜ਼ਿੰਦਗੀ ਦਾ ਆਖਰੀ ਟਾਈਮ ਆਪਣੇ ਪੁੱਤ ਪੋਤਿਆਂ ਦੇ ਨਾਲ ਹੱਸਦੇ ਖੇਡਦੇ ਲੰਘ ਜਾਏ। ਮਾਂ-ਪਿਓ ਬੱਚਿਆਂ ਲਈ ਹਰ ਕੁਰਬਾਨੀ ਦਿੰਦੇ ਹਨ, ਹਰ ਸੁੱਖ ਸਹੂਲਤਾਂ ਦੇ ਕੇ ਉਹਨਾਂ ਨੂੰ ਪਾਲਦੇ ਨੇ। ਇਸ ਲਈ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਜਦੋਂ ਮਾਂ-ਪਿਓ ਨੂੰ ਇਸ ਉਮਰ ਵਿੱਚ ਆਪਣੇ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਬੱਚਿਆਂ ਨੂੰ ਆਪਣੇ ਮਾਂ-ਪਿਓ ਲਈ ਉਹ ਸਭ ਕੁਝ ਫਰਜ਼ ਨਿਭਾਉਣੇ ਚਾਹੀਦੇ ਹਨ ਜਿਸ ਦੀ ਉਮੀਦ ਮਾਂ-ਪਿਓ ਬੱਚਿਆਂ ਤੋਂ ਕਰਦੇ ਹਨ। ਕਿਸੇ ਨੇ ਬਹੁਤ ਵਧੀਆ ਲਿਖਿਆ ਹੈ, ਮਾਂ ਗਮ ਦੇ ਬਦਲੇ ਖੁਸ਼ੀਆਂ ਦਿੰਦੀ ਹੈ। ਜਿੰਨਾ ਮਰਜ਼ੀ ਦੁੱਖ ਦੇ ਲਓ, ਸਾਡੀਆਂ ਅੱਖਾਂ ਵਿੱਚ ਹੰਝੂ ਆਉਣ 'ਤੇ ਉਹ ਖੁਦ ਰੋ ਪੈਂਦੀ ਹੈ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਆਉਣ ਵਾਲੀਆਂ ਇੱਦਾਂ ਦੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।